ਹਾਲੇਲੂਇਆ। ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ। ਧੰਨਵਾਦ ਅੱਜ ਦੇ ਸੁੰਦਰ ਸਮੇਂ ਲਈ। ਪਰਮੇਸ਼ਵਰ ਨੇ ਫਿਰ ਤੋਂ ਮੌਕਾ ਦਿੱਤਾ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਮੇਲ ਮਿਲਾਪ ਕਰ ਸਕੀਏ, ਇੱਕ ਦੂਜੇ ਨਾਲ ਮਿਲ ਸਕੀਏ ਔਰ ਮਿਲ ਕੇ ਪਰਮੇਸ਼ਵਰ ਦੇ ਗਿਆਨ ਨੂੰ ਇੱਕ ਦੂਜੇ ਨਾਲ ਵੰਡ ਸਕੀਏ। ਧੰਨਵਾਦ ਅੱਜ ਦੇ ਸ਼ਬਦ ਦੇ ਦਿਨ ਲਈ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ, ਕਿਉਂਕਿ ਪ੍ਰਭੂ ਕਹਿੰਦੇ ਸ਼ਬਦ ਦੇ ਦਿਨ ਦਾ ਤੂੰ ਆਦਰ ਕਰ। ਤਾਂ ਅਸੀਂ ਸਭ ਪਰਮੇਸ਼ਵਰ ਦੀ ਕਿਰਪਾ ਦੁਆਰਾ ਪਰਮੇਸ਼ਵਰ ਦੀ ਹਜ਼ੂਰ ਦੇ ਵਿੱਚ ਮਿਲ ਕੇ ਪਰਮੇਸ਼ਵਰ ਦੇ ਸ਼ਬਦ ਦੇ ਦਿਨ ਦਾ ਔਰ ਪਲੱਸ ਪਰਮੇਸ਼ਵਰ ਦੇ ਕਲਾਮ ਦਾ, ਵਚਨ ਦਾ ਆਦਰ ਕਰੀਏ, ਕਿਉਂਕਿ ਵਚਨ ਹੀ ਪਰਮੇਸ਼ਵਰ ਹੈ। ਕਿਉਂਕਿ ਵਚਨ ਦਾ ਆਦਰ ਕਰਾਂਗੇ ਤਾਂ ਪਰਮੇਸ਼ਵਰ ਦਾ ਆਦਰ ਕਰਾਂਗੇ। ਸੋ ਮੈਂ ਪ੍ਰਭੂ ਯਿਸੂ ਮਸੀਹ ਦੇ ਅਨੁਗ੍ਰਹਿ ਕਿਰਪਾ ਦੁਆਰਾ ਤਾਂ ਕਿ ਆਪਾਂ ਆਪਣੇ ਹਿਰਦਿਆਂ ਨੂੰ ਤਿਆਰ ਕਰ ਸਕੀਏ, ਉਹਦੇ ਲਈ ਛੋਟੀ ਪ੍ਰਾਰਥਨਾ ਕਰਦਾ ਹਾਂ। ਪਲੀਜ਼ ਸਾਰੇ ਜਣੇ ਆਪਣੀ ਅੱਖਾਂ ਨੂੰ ਬੰਦ ਕਰੋ। ਥੈਂਕ ਯੂ। ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਤਾਰੀਫ ਪ੍ਰਭੂ ਯਿਸੂ ਮਸੀਹ, ਤਾਰੀਫ ਪ੍ਰਭੂ ਯਿਸੂ ਮਸੀਹ, ਤਾਰੀਫ ਪ੍ਰਭੂ ਯਿਸੂ ਮਸੀਹ, ਤਾਰੀਫ ਪ੍ਰਭੂ ਯਿਸੂ ਮਸੀਹ। ਦਇਆਵਾਨ ਪਰਮੇਸ਼ਵਰ ਧੰਨਵਾਦ। ਵਰਸ਼ਿਪ ਪਰਮੇਸ਼ਵਰ ਯਿਸੂ ਮਸੀਹ ਨਾਮ ਧੰਨਵਾਦ। ਯਿਸੂ ਮਸੀਹ ਨਾਮ ਧੰਨਵਾਦ। ਥੋੜੀ ਵਡਿਆਈ, ਥੋੜੀ ਮਹਿਮਾ ਹੋ ਪ੍ਰਭੂ ਜੀ। ਅੱਜ ਦਾ ਦਿਨ ਦਿਖਾਇਆ, ਧੰਨਵਾਦ। ਅੱਜ ਦੇ ਸੁੰਦਰ ਸਮੇਂ ਲਈ ਧੰਨਵਾਦ। ਅੱਜ ਦੀ ਪ੍ਰਭੂ ਜੀ ਸ਼ਬਦ ਦੇ ਦਿਨ ਲਈ ਧੰਨਵਾਦ ਪ੍ਰਭੂ ਜੀ। ਹਾਲੇਲੂਇਆ। ਅੱਜ ਦੇ ਕਲਾਮ ਦੇ ਲਈ ਜੋ ਪਰਮੇਸ਼ਵਰ ਤੁਸੀਂ ਪਵਿੱਤਰ ਆਤਮਾ ਜੀ ਇਸ ਨੌਕਰ ਨੂੰ ਦਿੱਤਾ ਪ੍ਰਭੂ ਜੀ, ਉਸ ਲਈ ਤੁਹਾਡਾ ਧੰਨਵਾਦ। ਤੁਹਾਡੀ ਵਡਿਆਈ, ਤੁਹਾਡੀ ਮਹਿਮਾ ਹੋ ਪ੍ਰਭੂ ਜੀ। ਉਹ ਸਰਬ ਸ਼ਕਤੀਮਾਨ ਪਰਮੇਸ਼ਵਰ, ਜਿੰਨੇ ਵੀ ਜਨ ਪ੍ਰਭੂ ਜੀ ਇਸ ਕਲਾਮ ਨੂੰ ਇਸ ਵਕਤ ਸੁਣ ਰਹੇ हैं ਪ੍ਰਭੂ ਜੀ। ਹਾਲੇਲੂਇਆ। ਪਵਿੱਤਰ ਆਤਮਾ ਜੀ, ਔਰ ਅੱਗੇ ਜੋ ਬਾਅਦ ਚੋਂ ਸੁਣਨ ਵਾਲੇ, ਜੋ ਜੁੜਨ ਵਾਲੇ ਪਵਿੱਤਰ ਆਤਮਾ ਜੀ, ਉਹਨਾਂ ਸਭਨਾਂ ਦੇ ਹਿਰਦਿਆਂ ਨੂੰ ਪਵਿੱਤਰ ਆਤਮਾ ਜੀ ਤੁਸੀਂ ਤਿਆਰ ਕਰੋ ਪ੍ਰਭੂ ਜੀ। ਇਹਨਾਂ ਸਭਨਾਂ ਨੂੰ ਪ੍ਰਭੂ ਜੀ ਸੁਣਨ ਵਾਲੇ ਕੰਨ ਦਿਓ ਪ੍ਰਭੂ ਜੀ। ਇਹਨਾਂ ਸਭਨਾਂ ਦੇ ਮਨ, ਸੋਚ, ਵਿਚਾਰ, ਇੱਛਾ ਨੂੰ, ਸ਼ੀਕਰ ਆਤਮਿਕ ਅੰਗਾਂ ਨੂੰ ਪ੍ਰਭੂ ਯਿਸੂ ਦੇ ਪਾਕ ਔਰ ਪਵਿੱਤਰ ਲਹੂ ਸਟਾਲ ਦੇ। ਪਵਿੱਤਰ ਆਤਮਾ ਜੀ ਇਹਨਾਂ ਸਭਨਾਂ ਦੇ ਆਲੇ ਦੁਆਲੇ ਪ੍ਰਭੂ ਇਸ ਦੇ ਪਾਕ ਔਰ ਪਵਿੱਤਰ ਲਹੂ ਦਾ ਬੜਾ ਲੈਂਦੇ ਹਾਂ। ਇਹਨਾਂ ਦੇ ਸਭਨਾਂ ਦੇ ਉੱਤੇ, ਸਭਨਾਂ ਦੇ ਮਨ, ਸੋਚ, ਵਿਚਾਰ, ਇੱਛਾ ਉੱਤੇ, ਸ਼ੀਕਰ ਆਤਮਿਕ ਅੰਗਾਂ ਉੱਤੇ ਪ੍ਰਭੂ ਯਿਸੂ ਦੇ ਪਾਕ ਔਰ ਪਵਿੱਤਰ ਸਵਰਗਦੂਤਾਂ ਦਾ ਪੈਰਾ ਲਾ ਦਿੰਦੇ। ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਹੋਵੇ, ਤੁਹਾਡੀ ਵਡਿਆਈ ਹੋਵੇ, ਤੁਹਾਡੀ ਮਹਿਮਾ ਹੋਵੇ। ਦਇਆ ਕਰਨਾ ਪਵਿੱਤਰ ਆਤਮਾ ਜੀ, ਕਿਰਪਾ ਕਰਨਾ ਪਿਆਰੇ ਪਵਿੱਤਰ ਆਤਮਾ ਜੀ। ਅਸੀਂ ਸਭ ਪਵਿੱਤਰ ਆਤਮਾ ਜੀ ਹਾਲੇਲੂਇਆ ਤੁਹਾਡੇ ਪਾਕ ਔਰ ਪਵਿੱਤਰ ਕਲਾਮ ਨੂੰ ਸੁਣੀਏ ਨਾ ਪ੍ਰਭੂ ਜੀ, ਬਲਕਿ ਸੁਣ ਕੇ ਸਰਵ ਸ਼ਕਤੀਮਾਨ ਪਰਮੇਸ਼ਵਰ ਤੁਹਾਡੇ ਪਾਕ ਔਰ ਪਵਿੱਤਰ ਕਲਾਮ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੀਏ ਪ੍ਰਭੂ ਜੀ। ਦਇਆ ਕਰੋ, ਕਿਰਪਾ ਕਰੋ, ਸਹਾਇਤਾ ਕਰੋ ਪਵਿੱਤਰ ਆਤਮਾ ਜੀ। ਬਾਕੀ ਦੇ ਰਹਿੰਦੇ ਸਮੇਂ ਨੂੰ ਮੈਂ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪਦਾ। ਇਸ ਛੋਟੀ ਬੇਨਤੀ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਨਾਮ 'ਚ ਮੰਗਦੇ ਹਾਂ, ਸੁਣ ਕਬੂਲ ਕਰੋ। ਆਮੀਨ ਔਰ ਆਮੀਨ। ਹਾਲੇਲੂਇਆ। ਧੰਨਵਾਦ ਸਰਬ ਸ਼ਕਤੀਮਾਨ ਪਰਮੇਸ਼ਵਰ ਦਾ ਕਿ ਸਾਨੂੰ ਇਹ ਮੌਕਾ ਬਖਸ਼ਿਆ ਕਿ ਅਸੀਂ ਉਹਨਾਂ ਦੀ ਹਜ਼ੂਰੀ 'ਚ ਬੈਠ ਸਕੀਏ, ਉਹਨਾਂ ਦੇ ਆਵਾਜ਼ ਨੂੰ ਸੁਣ ਸਕੀਏ। ਧੰਨਵਾਦ ਪਰਮੇਸ਼ਵਰ, ਧੰਨਵਾਦ। ਸੋ ਅੱਜ ਦਾ ਕਲਾਮ ਹੈ, ਜੋ ਲੋਕ ਜ਼ਖਮੀ ਕਿਉਂ ਹੁੰਦੇ ਆ? ਜ਼ਖਮੀ ਹੋਣ ਦੀ ਵਜ੍ਹਾ ਕੀ ਹੈ? ਕਿ ਸਾਨੂੰ ਲੋਕਾਂ ਦੀ ਗੱਲਾਂ ਬੁਰੀਆਂ ਲੱਗਦੀਆਂ, ਠੋਕਰਾਂ ਲੱਗਦੀਆਂ। ਇਹਦੀ ਵਜ੍ਹਾ ਕੀ ਹੈ? ਇਹ ਪਰਮੇਸ਼ਵਰ ਨੇ ਅੱਜ ਦੀ ਬਾਈਟ, ਅੱਜ ਦੀ ਰੋਟੀ, ਉਹ ਆਤਮਿਕ ਖੁਰਾਕ ਆਪਣੇ ਇਸ ਨੌਕਰ ਨੂੰ ਦਿੱਤੀ ਹੈ, ਜੋ ਤੁਹਾਡੇ ਨਾਲ ਇਸ ਖੁਰਾਕ ਨੂੰ, ਇਸ ਬੁਰਕੀ ਨੂੰ ਵੰਡਣ ਲੱਗਿਆ, ਤਾਂ ਕਿ ਇਹ ਬੁਰਕੀ ਤੁਸੀਂ ਵੀ ਖਾਓ ਔਰ ਮੈਂ ਵੀ ਤੁਹਾਡੇ ਨਾਲ ਮਿਲ ਕੇ ਖਾਵਾਂ ਔਰ ਅਨੰਤ ਜੀਵਨ ਦੇ ਲਈ ਤਿਆਰ ਹੋ ਜਾਈਏ। ਕਿਉਂਕਿ ਇਹ ਖੁਰਾਕ ਹੀ ਹੈ, ਇਹ ਆਤਮਿਕ ਖੁਰਾਕ ਹੈ ਜਿਹੜੀ ਸਾਡੇ ਆਤਮਾ ਨੂੰ ਤਿਆਰ ਕਰਦੀ ਹੈ ਪਰਮਾਤਮਾ ਦੇ ਲਈ। ਸੋ ਪ੍ਰਭੂ ਕਹਿੰਦੇ ਆ, ਲੋਕਾਂ ਨੂੰ ਠੋਕਰ ਕਿਉਂ ਲੱਗਦੀ ਹੈ ਔਰ ਉਹਨਾਂ ਨੂੰ ਦੂਸਰਿਆਂ ਦੀਆਂ ਗੱਲਾਂ ਬੁਰੀਆਂ ਕਿਉਂ ਲੱਗਦੀਆਂ? ਇਹ ਉਹ ਲੋਕ ਹੈ ਜਿਹੜੇ ਪਰਮੇਸ਼ਵਰ ਦੀ ਇੱਛਾ ਨੂੰ ਆਪਣੀ ਜ਼ਿੰਦਗੀ ਵਿੱਚ ਪੂਰੀ ਨਹੀਂ ਕਰਦੇ। ਦੇ ਪਰਮੇਸ਼ਵਰ ਦੀ ਇੱਛਾ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਕਰਾਂਗੇ ਤਾਂ ਲੋਕਾਂ ਦੀਆਂ ਠੋਕਰਾਂ ਸਾਨੂੰ ਨਹੀਂ ਲੱਗਣਗੀਆਂ, ਲੋਕਾਂ ਦੀ ਗੱਲਾਂ ਸਾਨੂੰ ਬੁਰੀਆਂ ਨਹੀਂ ਲੱਗਣਗੀਆਂ, ਨਾ ਅਸੀਂ ਜ਼ਖਮੀ ਹੋਵਾਂਗੇ। ਸੋ ਪਰਮੇਸ਼ਵਰ ਦਾ
ਆਪਾਂ ਥੋੜ੍ਹੀ ਜਿਹੀ ਇੱਕ ਗਰਾਊਂਡ ਤਿਆਰ ਕਰਦੇ ਹਾਂ। ਆਪਾਂ ਇੱਕ ਗਰਾਊਂਡ ਤਿਆਰ ਕਰਨ ਲਈ ਆਪਾਂ ਦਾਨੀਅਲ ਦੀ ਪੁਸਤਕ ਖੋਲ੍ਹੋ ਪਲੀਜ਼ ਮੇਰੇ ਨਾਲ ਸਾਰੇ ਜਣੇ। ਦਾਨੀਅਲ ਦੀ ਪੁਸਤਕ 6:22 ਇਹ ਵਚਨ ਖੋਲ੍ਹੋ। ਥੈਂਕ ਯੂ ਜੀਸਸ, ਥੈਂਕ ਯੂ ਮੇਰੇ ਦਾਤਾ, ਥੈਂਕ ਯੂ। ਮੈਂ ਤੁਹਾਡੇ ਨਾਲ ਵਚਨ ਨੂੰ ਸ਼ੇਅਰ ਕਰਦਾ। ਕਲਾਮ 'ਚ ਲਿਖਿਆ, हे ਮੇਰੇ परमेश्वर ने अपना दूत भेजकर सिंहों के मुंह को ऐसा बंद कर रखा कि उन्होंने मेरी कुछ भी हानि नहीं की। इसका कारण ये है कि मैं उसके सामने निर्दोष पाया गया। और हे राजा, तेरे सम्मुख भी मैंने कोई भूल नहीं की। ਦਾਨੀਅਲ ਜਿਸ ਨੂੰ ਸ਼ੇਰਾਂ ਦੇ ਮੂੰਹ ਵਿੱਚ ਸੁੱਟ ਦਿੱਤਾ ਗਿਆ ਸੀ, ਲੇਕਿਨ ਦਾਨੀਅਲ ਨੂੰ ਕੋਈ ਵੀ ਠੋਕਰ ਨਹੀਂ ਲੱਗੀ। ਦਾਨੀਅਲ ਨੇ ਪਰਮੇਸ਼ਵਰ ਨੂੰ ਮਤਲਬ ਕਿ ਆਪਣੇ ਰਾਜੇ ਨੂੰ ਦਾਨੀਅਲ ਗੱਲ ਕਰ ਰਿਹਾ ਕਿ ਕੀ ਕਹਿ ਰਿਹਾ, ਰਾਜਾ ਤੇਰੇ सम्मुख भी मैंने कोई भूल नहीं की। ਸ਼ੇਰਾਂ ਨੇ ਉਸ ਨੂੰ ਜ਼ਖਮੀ ਕਿਉਂ ਨਹੀਂ ਕੀਤਾ? ਕਿਉਂਕਿ ਉਸਨੇ ਨਾ ਸੰਸਾਰਿਕ ਲੋਕਾਂ ਅੱਗੇ ਨਾ ਰਾਜੇ ਅੱਗੇ ਕਿਸੇ ਵੀ ਤਰ੍ਹਾਂ ਦੀ ਕੋਈ ਭੁੱਲ ਕੀਤੀ ਹੈ, ਔਰ ਨਾ ਹੀ ਦਾਨੀਅਲ ਦਾ ਕੁਝ ਨੁਕਸਾਨ ਹੋਇਆ ਸੀ। ਲੇਕਿਨ ਕੁਐਸਚਨ ਇਹ ਆਉਂਦਾ ਕਿ ਦਾਨੀਅਲ ਦਾ ਨੁਕਸਾਨ ਕਿਉਂ ਨਹੀਂ ਹੋਇਆ ਸੀ? ਕਿਹੜੀ ਗੱਲ ਸੀ ਦਾਨੀਅਲ ਦੇ ਵਿੱਚ ਐਸੀ, ਉਸਦੇ ਜੀਵਨ ਦੇ ਵਿੱਚ ਕਿਹੜੀ ਐਸੀ ਗੱਲ ਸੀ ਕਿ ਦਾਨੀਅਲ ਨੂੰ ਸ਼ੇਰਾਂ ਦੀ ਖੋਹ ਦੇ ਵਿੱਚ ਗੇਰਿਆ ਗਿਆ, ਔਰ ਉੱਥੇ ਸ਼ੇਰਾਂ ਨੇ ਉਸ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ ਦਾਨੀਅਲ ਦਾ। ਲੇਕਿਨ ਸ਼ੇਰ ਤਾਂ ਦੇਖ ਲਓ, ਭੁੱਖੇ ਸ਼ੇਰ ਹੋਣ ਔਰ ਉਹਨਾਂ ਨੂੰ ਕੁਝ ਖਾਣ ਨੂੰ ਨਾ ਮਿਲਿਆ ਹੋਵੇ ਔਰ ਉਸ ਨੂੰ ਖਾਣ ਨੂੰ ਮਿਲ ਜਾਵੇ ਤਾਂ ਉਹ ਤਾਂ ਇੱਕਦਮ ਫਾੜ ਖਾਣਗੇ। ਲੇਕਿਨ ਦਾਨੀਅਲ ਨੂੰ ਭੁੱਖੇ ਸ਼ੇਰਾਂ ਦੇ ਵਿੱਚ ਗੇਰਿਆ ਤਾਂ ਲੇਕਿਨ ਸ਼ੇਰਾਂ ਨੇ ਉਸ ਦਾ ਕੁਝ ਨਹੀਂ ਵਿਗਾੜਿਆ, ਬਲਕਿ ਜਦੋਂ ਦਾਨੀਅਲ ਦੇ ਕੋਲ ਰਾਜਾ ਗਿਆ ਤਾਂ ਸ਼ੇਰ ਉਸ ਦੇ ਪੈਰਾਂ ਨੂੰ ਚੁੰਮ ਰਹੇ ਸੀਗੇ, ਉਹਦੇ ਪੈਰਾਂ ਨੂੰ ਚੱਟ ਰਹੇ ਸੀਗੇ। ਤਾਂ ਇਹ ਕਿਹੜੀ ਗੱਲ ਹੈ ਕਿ ਉਸ ਦੇ ਵਿੱਚ ਕਿਹੜੀ ਖੂਬੀ ਸੀ ਦਾਨੀਅਲ ਦੇ ਵਿੱਚ ਕਿ ਉਸ ਸ਼ੇਰ ਉਹਦੇ ਪੈਰਾਂ ਨੂੰ ਚੱਟ ਰਹੇ ਤੇ ਉਹਦੇ ਪੈਰਾਂ 'ਚ ਪਏ ਸੀ? ਪ੍ਰਭੂ ਦੀ ਦਇਆ ਕਿਰਪਾ ਨਾਲ ਆਪਾਂ ਇਹ ਖੂਬੀ ਨੂੰ ਸ਼ੇਅਰ ਕਰਦੇ ਹਾਂ। ਇਸ ਦਾ ਉੱਤਰ ਇਸ ਤਰ੍ਹਾਂ ਹੈ ਕਿ ਦਾਨੀਅਲ ਪਰਮੇਸ਼ਵਰ ਔਰ ਮਨੁੱਖਾਂ ਦੇ ਸਾਹਮਣੇ ਬੇਕਸੂਰ ਸੀ। ਦਾਨੀਅਲ ਪਰਮੇਸ਼ਵਰ ਦੇ ਸਾਹਮਣੇ ਔਰ ਮਨੁੱਖਾਂ ਦੇ ਸਾਹਮਣੇ ਬੇਕਸੂਰ ਸੀ। ਇਸ ਕਰਕੇ ਸ਼ੇਰ ਦਾਨੀਅਲ ਦਾ ਕੁਝ ਵੀ ਵਿਗਾੜ ਨਹੀਂ ਸਕੇ। ਇਸ ਲਈ ਸ਼ੇਰ ਦਾਨੀਅਲ ਦੀ ਜ਼ਖਮੀ ਨਹੀਂ ਕਰ ਸਕੇ। ਅਗਰ ਅੱਜ ਅਸੀਂ ਠੋਕਰ ਖਾਂਦੇ ਹਾਂ, ਉਹ ਇਸ ਲਈ ਖਾਂਦੇ ਹਾਂ ਕਿਉਂਕਿ ਅਸੀਂ ਪਰਮੇਸ਼ਵਰ ਔਰ ਮਨੁੱਖਾਂ ਦੇ ਸਾਹਮਣੇ ਦੋਸ਼ੀ ਹਾਂ। ਸਾਡਾ ਠੋਕਰ ਖਾਣ ਦਾ, ਸਾਡਾ ਜ਼ਖਮੀ ਹੋਣ ਦਾ ਇਹੀ ਹੈ ਕਿ ਅਸੀਂ ਪਰਮੇਸ਼ਵਰ ਔਰ ਮਨੁੱਖਾਂ ਦੇ ਸਾਹਮਣੇ ਦੋਸ਼ੀ ਹਾਂ। ਇਸ ਲਈ ਅਸੀਂ ਠੋਕਰ ਖਾਂਦੇ ਹਾਂ, ਔਰ ਇਸ ਲਈ ਅਸੀਂ ਜ਼ਖਮੀ ਹੋ ਜਾਂਦੇ ਹਾਂ। ਆਤਮਿਕ ਤੌਰ 'ਤੇ ਇੱਕ ਵਿਸ਼ਵਾਸੀ ਜਿਸ ਦੀ ਜ਼ਿੰਦਗੀ ਪਰਮੇਸ਼ਵਰ ਦੇ ਸਾਹਮਣੇ ਪਾਰਦਰਸ਼ੀ ਹੈ, ਉਹ ਕਦੇ ਵੀ ਜ਼ਖਮੀ ਨਹੀਂ ਹੋਏਗਾ। ਪਾਰਦਰਸ਼ੀ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਕ੍ਰਿਸਟਲ ਕਲੀਅਰ, ਜਿਸ ਤਰ੍ਹਾਂ ਆਪਾਂ ਇੱਕ ਗਲਾਸ ਲੈਂਦੇ ਹਾਂ, ਕੰਚ ਦਾ ਗਲਾਸ ਹੈ, ਇੱਧਰੋਂ ਦੇਖਾਂਗੇ ਗਲਾਸ ਦੀ ਦੂਸਰੀ ਸਾਈਡ ਦੇਖਾਂਗੇ ਤਾਂ ਦੂਸਰੀ ਸਾਈਡ ਵੀ ਨਜ਼ਰ ਆਏਗਾ। ਮਤਲਬ ਕਿ ਚਾਰੋਂ ਪਾਸੋਂ ਆਪਾਂ ਗਲਾਸ ਨੂੰ ਦੇਖਾਂਗੇ, ਦੂਸਰੇ ਪਾਸੇ ਦੇਖ ਸਕਦੇ ਹਾਂ। ਪਾਰਦਰਸ਼ੀ ਦਾ ਮਤਲਬ ਪਾਰ ਦੇਖ ਸਕਦੇ ਹਾਂ, ਯਾਨੀ ਕਿ ਉਸ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਲੁਕੋ ਨਹੀਂ ਹੈ। ਹੁਣ ਇਸੇ ਤਰ੍ਹਾਂ ਹੀ
ਅਸੀਂ ਚਰਚ ਜਾਂਦੇ ਹਾਂ, ਸਾਡਾ ਉੱਥੇ ਬੜਾ ਆਤਮਿਕ ਜੀਵਨ ਹੁੰਦਾ ਹੈ। ਚਰਚ ਦੇ ਵਿੱਚ ਆਤਮਿਕ ਮਾਹੌਲ ਹੁੰਦਾ ਹੈ। ਅਸੀਂ ਹੱਥ ਜੋੜਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਦੂਸਰਿਆਂ ਨੂੰ ਜੈ ਮਸੀਹ ਦੀ ਕਰਦੇ ਕਹਿੰਦੇ ਹਾਂ, ਬੜੇ ਨੀਵੇਂ ਹੋ ਕੇ, ਬੜੇ ਧੀਮੇ ਹੋ ਕੇ ਗੱਲ ਹੁੰਦੀ ਹੈ। ਲੇਕਿਨ ਚਰਚ ਤੋਂ ਬਾਅਦ, ਹਜ਼ੂਰੀ ਤੋਂ ਬਾਅਦ ਵਾਪਸ ਸੰਸਾਰ ਦੇ ਵਿੱਚ ਆਉਂਦੇ ਹਾਂ, ਆਪਣੇ ਘਰ ਦੇ ਵਿੱਚ ਆਉਂਦੇ ਹਾਂ, ਸਾਡਾ ਬਿਹੇਵ ਇੱਕਦਮ ਚੇਂਜ ਹੋ ਜਾਂਦਾ। ਅਸੀਂ ਕੰਮ 'ਤੇ ਜਾਂਦੇ ਹਾਂ, ਉੱਥੇ ਸਾਡਾ ਬਿਹੇਵ ਚੇਂਜ ਹੁੰਦਾ। ਉੱਥੇ ਸਾਡਾ ਜਿਹੜਾ ਬੋਲਣਾ ਹੈ ਸੰਸਾਰ ਵਾਂਗੂ ਗਾਲਾਂ ਦੇ ਕੇ ਬੋਲਣਾ, ਗੁੱਸੇ ਨਾਲ ਬੋਲਣਾ, ਗਲਤ ਤਰੀਕੇ ਨਾਲ ਗੱਲ ਕਰਨੀ, ਪਰਿਵਾਰ ਨਾਲ ਵੀ, ਦੂਸਰੇ ਬਾਹਰ ਦੇ ਲੋਕਾਂ ਨਾਲ ਵੀ। ਕਿਉਂ? ਜਿਹੜਾ ਜੀਵਨ ਪਹਿਲਾਂ ਚਰਚ ਦੇ ਵਿੱਚ ਸੀ, ਉਹ ਬਾਹਰ ਸੰਸਾਰ 'ਚ ਕਿਉਂ ਨਹੀਂ ਆ? ਉਹ ਪਰਿਵਾਰ ਦੇ ਵਿੱਚ ਕਿਉਂ ਨਹੀਂ ਹੈ? ਕਿਉਂ ਨਹੀਂ ਹੈ? ਇਸੀ ਕਰਕੇ, ਇਸ ਜੀਵਨ ਕਰਕੇ ਸਾਡੇ ਤੋਂ ਦੂਸਰੇ ਲੋਕ ਠੋਕਰ ਖਾਂਦੇ हैं, ਦੂਸਰੇ ਲੋਕ ਸਾਡੇ ਜੀਵਨ ਤੋਂ ਜ਼ਖਮੀ ਹੁੰਦੇ हैं। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਜਿਸ ਤਰ੍ਹਾਂ ਅਸੀਂ ਚਰਚ ਦੇ ਵਿੱਚ ਸੀਗੇ, ਨੀਵੇਂ, ਬੜਾ ਆਤਮਿਕ, ਤਾਂ ਇਸੇ ਤਰ੍ਹਾਂ ਅਸੀਂ ਬਾਹਰ ਸੰਸਾਰ 'ਚ ਵੀ ਔਰ ਆਪਣੇ ਪਰਿਵਾਰ 'ਚ ਵੀ ਉसी ਤਰ੍ਹਾਂ ਬਣ ਕੇ ਰਹੀਏ, ਤਾਂ ਕਿ ਦੂਸਰੇ ਲੋਕ ਸਾਡੇ ਜੀਵਨ ਤੋਂ ਠੋਕਰ ਨਾ ਖਾਣ, ਸਾਡੇ ਜੀਵਨ ਤੋਂ ਜ਼ਖਮੀ ਨਾ ਹੋਣ। ਇਹੀ ਕਾਰਨ ਸੀਗਾ ਕਿ ਦਾਨੀਏਲ ਨੂੰ ਸ਼ੇਰ ਜ਼ਖਮ ਨਹੀਂ ਕਰ ਪਾਏ। ਸ਼ੇਰ ਕੌਣ ਹੈ? ਉਹ ਦੁਸ਼ਟ ਹੈ, ਉਹ ਸ਼ੇਰ ਹੈ। ਉਹ ਸਾਨੂੰ, ਸਾਡੇ ਅੰਦਰ ਦੋਗਲਾ ਜੀਵਨ ਦੇ ਕੇ ਉਹ ਸਾਨੂੰ ਜ਼ਖਮੀ ਕਰਦਾ, ਸਾਨੂੰ ਠੋਕਰ ਖਿਲਾਉਂਦਾ। ਉਹਦਾ ਇਹੀ ਕੰਮ ਹੈ। ਹੁਣ ਪਰਮੇਸ਼ਵਰ ਦੀ ਚਾਹਤ ਸਾਡੇ ਲਈ ਕੀ ਹੈ? ਹੁਣ ਪਰਮਾਤਮਾ ਸਾਡੇ ਲਈ ਕੀ ਚਾਹੁੰਦੇ ਆ? ਆਪਾਂ ਮਤੀ 5:44 ਕੱਢਾਂਗੇ। ਪਲੀਜ਼ ਮੇਰੇ ਨਾਲ ਕੱਢਿਓ। ਪਰਮੇਸ਼ਵਰ ਚਾਹੁੰਦੇ ਆ, ਕਹਿੰਦੇ ਤੁਮ ਸੁਣ ਚੁੱਕੇ ਹੋ। ਪ੍ਰਭੂ ਕਹਿ ਰਹੇ ਕਲਾਮ ਦੇ ਵਿੱਚ ਲਿਖਿਆ, ਕਹਿੰਦੇ तुम सुन चुके हो कि कहा गया था अपने पड़ोसी से प्रेम रखना और अपने बैरी से बैर। पहले टाइम ਦੇ ਵਿੱਚ ਸੁਣ ਚੁੱਕੇ ਸੀਗੇ। फिर परमात्मा 43 पढ़िया, 44 प्रभु कह रहे परंतु मैं तुमसे कहता हूँ। ਹੁਣ परमात्मा बोल रहा, ਕਹਿੰਦੇ ਇਹ ਤਾਂ ਤੁਸੀਂ ਪੜ੍ਹਿਆ, लेकिन ਹੁਣ परमात्मा ਕਹਿੰਦੇ ਹੁਣ मैं ਤੈਨੂੰ कहना, परंतु मैं तुमसे ये कहता हूँ कि अपने बैरियों से प्रेम रखो और अपने सताने वालों के लिए प्रार्थना करो। ये परमेश्वर ਦੀ ਚਾਹਤ ਹੈ ਸਾਡੇ ਜੀਵਨ ਦੇ ਵਿੱਚ ਕਿ ਅਸੀਂ ਆਪਣੇ ਬੈਰੀਆਂ ਦੇ ਨਾਲ, ਜਿਹੜੇ ਸਾਡੇ ਨਾਲ ਬੈਰ ਰੱਖਦੇ ਆ, ਜਿਹੜੇ ਸਾਡੇ ਨਾਲ ਬੈਰ ਕਰਦੇ ਆ, ਉਹਨਾਂ ਦੇ ਨਾਲ ਕੀ ਕਰਨਾ? ਪਿਆਰ ਕਰਨਾ। ਹੁਣ ਬੈਰੀ ਨਾਲ ਸਾਡੇ ਅੰਦਰ ਵੀ ਉਹ ਗੁੱਸਾ ਹੈ। ਉਹ ਕੋਈ ਬੰਦਾ ਸਾਡਾ ਨੁਕਸਾਨ ਕਰ ਰਿਹਾ, ਅਸੀਂ ਉਸ ਨੂੰ ਕਿੱਦਾਂ ਪਿਆਰ ਕਰ ਸਕਦੇ ਹਾਂ? ਅਸੀਂ ਉਹਦੇ ਲਈ ਕਿੱਦਾਂ ਪ੍ਰਾਰਥਨਾ ਕਰ ਸਕਦੇ ਹਾਂ? ਲੇਕਿਨ ਸਾਨੂੰ ਇਸ ਸੁਭਾਅ ਨੂੰ ਬਦਲਣਾ ਪਏਗਾ। ਇਹ ਸੁਭਾਅ ਪਰਮਾਤਮਾ ਦਾ ਸੁਭਾਅ, ਇਹ ਸੁਭਾਅ ਯਿਸੂ ਮਸੀਹ ਦਾ ਸੁਭਾਅ ਹੈ। ਸਾਨੂੰ ਯਿਸੂ ਮਸੀਹ ਦੇ ਸੁਭਾਅ ਨੂੰ ਅਪਣਾਉਣਾ ਪਏਗਾ। ਗੁੱਸੇ ਵਾਲੇ ਸੁਭਾਅ ਨੂੰ ਖਤਮ ਕਰਨਾ ਪਏਗਾ ਕਿ ਜੇ ਬੈਰੀ ਸਾਨੂੰ ਗਾਲਾਂ ਕੱਢ ਰਿਹਾ ਤਾਂ ਅਸੀਂ ਵੀ ਬੈਰੀ ਨੂੰ ਗਾਲਾਂ ਕੱਢੀਏ, ਜੇ ਬੈਰੀ ਸਾਨੂੰ ਮਾਰਿਆ ਤਾਂ ਅਸੀਂ ਵੀ ਬੈਰੀ ਨੂੰ ਮਾਰੀਏ ਪਲਟ ਕੇ। ਲੇਕਿਨ ਨਹੀਂ, ਇਹ ਸੁਭਾਅ ਨੂੰ ਖਤਮ ਕਰਨਾ ਪਏਗਾ। ਜੇ ਕੋਈ ਸਾਡਾ ਨੁਕਸਾਨ ਕਰ ਰਿਹਾ ਤਾਂ ਸਾਨੇ ਉਸ ਨੂੰ ਪਿਆਰ ਕਰਨਾ ਹੈ, ਸਾਨੇ ਉਸ ਲਈ ਪ੍ਰਾਰਥਨਾ ਕਰਨੀ ਹੈ। ਇਹ ਪਰਮੇਸ਼ਰ ਦਾ ਸੁਭਾਅ, ਔਰ ਇਹੀ ਸੁਭਾਅ ਅਗਰ ਸਾਡੇ ਅੰਦਰ ਆਏਗਾ ਤਾਂ ਅਸੀਂ ਠੋਕਰ ਖਾਣ ਤੋਂ ਔਰ ਜ਼ਖਮੀ ਹੋਣ ਤੋਂ ਬਚ ਸਕਦੇ ਹਾਂ। ਕਿਉਂਕਿ ਪ੍ਰਭੂ ਸਾਨੂੰ ਦੱਸ ਰਿਹਾ, ਅਗਰ ਤੂੰ ਇਹ ਨਹੀਂ ਕਰੇਗਾ, ਉਸ ਨੂੰ ਪਿਆਰ ਨਹੀਂ ਕਰੇਗਾ ਜਿਹੜਾ ਤੇਰਾ ਨੁਕਸਾਨ ਕਰ ਰਿਹਾ, ਉਸ ਲਈ ਪ੍ਰਾਰਥਨਾ ਨਹੀਂ ਕਰੇਗਾ, ਉਸ ਦੇ ਥਰੂ ਉਹ ਬੈਰੀ, ਉਹ ਦੁਸ਼ਟ, ਉਹ ਸ਼ੇਰ ਤੈਨੂੰ ਫਾੜ ਖਾਏਗਾ, ਤੈਨੂੰ ਜ਼ਖਮੀ ਕਰ ਦੇਗਾ। ਉਸ ਤੋਂ ਬਚਣ ਦੇ ਲਈ ਕੀ ਕਰਨਾ ਹੈ? ਪਿਆਰ ਕਰਨਾ ਹੈ, ਉਹਦੇ ਲਈ ਪ੍ਰਾਰਥਨਾ ਕਰਨੀ ਹੈ। ਫਿਰ ਪ੍ਰਭੂ ਦਾ ਕਲਾਮ ਆਪਣਾ ਮਤੀ ਦੀ ਅੰਜੀਲ ਫਿਰ ਪੜ੍ਹਾਂਗੇ ਆਪਾਂ 18 ਦੀ। ਪਲੀਜ਼ ਕੱਢਿਓ ਮੇਰੇ ਨਾਲ 18 ਦੀ 6 ਤੇ 10 ਤੇ 7 ਤੇ 10 ਦੋਨੋਂ ਪੜ੍ਹਨੀ ਆਪਾਂ।
29। हालेलुया हालेलुया। मत्ती दी अंजील 18। परमात्मा कह रहे हैं, कहते पर जो कोई इन छोटे में से जो मुझ पर विश्वास करते हैं एक को ठोकर खिलाए, उसके लिए भला होता कि बड़ी चक्की का पाट उसके गले में लटकाया जाता और वह गहरे समुद्र में डुबोया जाता। प्रभु कहते ये छोटे में से, छोटा मतलब ਜਿਹੜੇ ਪਰਮੇਸ਼ਵਰ ਦੇ ਵਿੱਚ ਹਲੇ ਸ਼ੁਰੂ ਹੋਏ ਆ ਵਧਨੇ, ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਲਈ ਤਿਆਰ ਹੋਏ ਆ, ਜਿਹੜੇ ਲੋਕ ਇਹਨਾਂ ਨੂੰ ਠੋਕਰ ਖਿਲਾਏ, ਪ੍ਰਭੂ ਕਹਿੰਦੇ ਭਲਾ ਹੁੰਦਾ ਤਾਂ ਚੱਕੀ ਦਾ ਪਾਟ ਉਹਦੇ ਗਲੇ 'ਚ ਬੰਨ੍ਹ ਕੇ ਉਹਨੂੰ ਸਮੁੰਦਰ 'ਚ ਗੇਰ ਦਿੱਤਾ ਹੁੰਦਾ। ਯਾਨੀ ਕਿ ਜਿਹੜੇ ਕਿਸੇ ਨੂੰ ਠੋਕਰ ਖਿਲਾਉਂਦੇ ਆ, ਜਿਹੜੇ ਕਿਸੇ ਨੂੰ ਜ਼ਖਮੀ ਕਰਦੇ ਆ, ਇਹ ਇਨਸਾਨਾਂ ਦੀ ਗੱਲ ਹੈ, ਉਸ ਤੋਂ ਪਰਮਾਤਮਾ ਵੀ ਖੁਸ਼ ਨਹੀਂ ਹੈ। ਤੇ ਜੇ ਪਰਮਾਤਮਾ ਨਹੀਂ ਖੁਸ਼ ਹੈ ਤਾਂ ਉਹਦੇ ਇਨਸਾਨ, ਪਰਮਾਤਮਾ ਦੇ ਬਣਾਏ ਹੋਏ ਇਨਸਾਨ ਜਾਂ ਪਰਮਾਤਮਾ ਦੇ ਬਣਾਏ ਹੋਏ ਜਾਨਵਰ ਤਾਂ ਉਸ ਤੋਂ ਕਿੱਥੋਂ ਖੁਸ਼ ਹੋਣਗੇ? ਉਹ ਵੀ ਉਹਨੂੰ ਜ਼ਖਮੀ ਕਰਨਗੇ, ਉਹ ਵੀ ਉਹਨੂੰ ਫਾੜ ਖਾਣਗੇ। ਇਸ ਲਈ ਛੋਟੇ ਤੋਂ ਛੋਟੇ ਜਿਹੜੇ ਪਰਮਾਤਮਾ ਦੇ ਵਿੱਚ, ਪਰਮਾਤਮਾ ਦੀ ਕਿਰਪਾ ਦੁਆਰਾ, ਪਰਮਾਤਮਾ ਦੀ ਮਤਲਬ ਕਿ ਮਰਜ਼ੀ ਨੂੰ ਪੂਰਾ ਕਰਨ ਲਈ ਤਿਆਰ ਹੋਏ ਆ, ਜਿਹੜੇ ਅੱਗੇ ਆਏ ਆ, ਉਹਨਾਂ ਨੂੰ ਵੀ ਠੋਕਰ ਨਹੀਂ ਖਿਲਾਣੀ, ਉਹਨਾਂ ਨੂੰ ਵੀ ਦੁਖੀ ਨਹੀਂ ਕਰਨਾ। ਫਿਰ ਅੱਗੇ 7 ਦੇ ਵਿੱਚ परमात्मा फिर कह रहे हैं, गल कर रहे हैं, ठोकरों के कारण संसार पर हाय। ठोकरां दे कारण ਜਿਹੜਾ ਸੰਸਾਰ परमात्मा ਦੇ ਲੋਕਾਂ ਨੂੰ ਠੋਕਰ ਦਿੰਦਾ ਹੈ, खुआंदा है, तो संसार पर हाय। ठोकरों का लगना अवश्य है, पर हाय उस पर, हाय उस मनुष्य पर जिसके द्वारा ठोकर लगती है। क्या बात है, जिस दे द्वारा ठोकर लगती है, हाय उस मनुष्य दे उत्ते। तो सानू किन्नी सावधानी बरतनी है कि असी किसी नूं भी ठोकर नहीं खिलानी, असी किसी नूं भी जख्मी नहीं करना। क्यों नहीं करना? क्योंकि परमात्मा दी हाय साडे पर ना पै जे, परमात्मा दा शराब साडे पर ना पै जे। इस चीज़ तो साने बचना है, ताकि दूसरा ਅਸੀਂ ਕਿਸੇ ਨੂੰ ਦੂਸਰੇ ਨੂੰ ਠੋਕਰ ਨਾ ਖਵਾਈਏ, ਅਸੀਂ ਕਿਸੇ ਦੂਸਰੇ ਨੂੰ ਜ਼ਖਮੀ ਨਾ ਕਰੀਏ। ਫਿਰ ਪ੍ਰਭੂ ਨੇ ਕੀ ਕਿਹਾ 10 वचन ਦੇ ਵਿੱਚ, देखो तुम इन छोटे में से किसी को तुच्छ ना जानना। छोटे में से यानी कि ਅਸੀਂ ਕੀ ਸੋਚਦੇ ਹਾਂ ਕਿ ਜਦੋਂ, ਕਿਉਂਕਿ ਕੋਈ ਵੀ ਇਨਸਾਨ ਜਦੋਂ ਪਰਮਾਤਮਾ ਕੋਲ ਆਉਂਦਾ ਹੈ, ਉਹ ਸੰਸਾਰ ਦੇ ਵਿੱਚੋਂ ਆਉਂਦਾ ਹੈ, ਉਹ ਮਤਲਬ ਕਿ ਸੰਸਾਰਿਕ ਲੋਕਾਂ ਦੇ ਵਿੱਚੋਂ ਆਉਂਦਾ ਹੈ। ਉਹੀ ਲੋਕ ਜਿਹੜੇ ਜਿਨ੍ਹਾਂ ਦੇ ਨਾਲ ਉਹ ਪਹਿਲਾਂ ਸੰਸਾਰੀ ਕੰਮ ਕਰਦਾ ਸੀ, ਸੰਸਾਰ ਵਰਗੇ ਕੰਮ ਕਰਦਾ ਸੀ, ਜਿਸ ਦੇ ਪਹਿਲਾਂ ਉਹਦੀ ਆਪਣੀ ਪਰਸਨੈਲਿਟੀ ਵੀ ਸੰਸਾਰ ਵਰਗੀ ਸੀ, ਉਹ ਵੀ ਗਾਲਾਂ ਕੱਢਦਾ ਸੀਗਾ, ਉਹ ਵੀ ਸ਼ਰਾਬ ਪੀਂਦਾ ਸੀਗਾ, ਉਹ ਵੀ ਜਿੰਨੇ ਵੀ ਸੰਸਾਰ ਦੇ ਗਲਤ ਕੰਮ ਹੈ ਉਹ ਵੀ ਕਰਦਾ ਸੀਗਾ। ਲੇਕਿਨ ਅੱਜ ਕੀ ਹੋਇਆ ਕਿ ਉਸ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਗਈ, ਪ੍ਰਭੂ ਨੇ ਉਸ ਨੂੰ ਚੁਣ ਲਿਆ। ਕਾਹਦੇ ਲਈ? ਤਾਂ ਕਿ ਉਹ ਪਰਮੇਸ਼ਵਰ ਦੀ ਮਰਜ਼ੀ ਨੂੰ, ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰੇ। ਉਹ ਪਰਮਾਤਮਾ ਕੋਲ ਆ ਗਿਆ। ਲੇਕਿਨ ਹੁਣ ਉਹ ਪਰਮਾਤਮਾ ਕੋਲ ਇੱਛਾ ਪੂਰੀ ਕਰਨ ਲਈ ਸ਼ੁਰੂ ਹੋਇਆ, ਲੇਕਿਨ ਦੂਸਰਿਆਂ ਦੇ ਨਿਗਾਹ 'ਚ ਕੀ ਹੈ? ਇਹ ਛੋਟਾ, ਕਿ ਛੋਟਾ ਹਾਲੇ ਤਾਂ ਸ਼ੁਰੂ ਹੋਇਆ, मतलब तैयार होया, लेकिन दूसरे की करने उसनू, तुम छोटे में से किसी को तुच्छ ना जानना। दूजे की तुच्छ जानते हैं कि ये भी तो पहला साढ़े वर्गे काम करता सी, अज की है कि अज प्रचार कर रहा, अज सानू समझा रहा, पहला तो आप भी तो ये काम कर रहा सी। लेकिन परमात्मा उन्होंने की कह रहे हैं, तू उसनू तुच्छ ना जान, तू उसनू तुच्छ ना जान, क्योंकि मैं तुमसे कहता हूँ। प्रभु बोल रहे, प्लीज़ ध्यान ना सुनना। प्रभु कहते क्योंकि मैं तुमसे कहता हूँ कि स्वर्ग में उनके दूत मेरे स्वर्गीय पिता का मुंह सदा देखते हैं। जेड़े उसके दूत है ना, स्वर्गीय पिता का मुंह सदा देखते हैं, मेरे सामने खड़े रहने हैं उसके दूत। इस करके मैं तेनों कहना है कि इसनू तुच्छ नहीं जानना।
क्योंकि मनुष्य का पुत्र, फिर 11 आयत जी कह रहे हैं प्रभु, क्योंकि मनुष्य का पुत्र खोए हुए को बचाने आया है। क्योंकि ये मेरा नौकर, ये मेरा दास खोया होया सीगा संसार दे विच, मैंने इसनूं संसार चों ले लिया। मनुख दा पुत्र, परमेश्वर दा कलाम, परमेश्वर दा वचन, प्रभु यीशु मसीह, ये खोए हुए ने इसनूं बचाने लिए आया। तू इसनूं तुच्छ ना जान, तू इसनूं ठोकर ना खिला। फिर प्रभु कहते हैं हुण ये ਉਹ ਲੋਕ ਹੈ ਜਿਹੜੇ परमेश्वर की इच्छा ਨੂੰ अपनी जिंदगी ਵਿੱਚ पूरा करते हैं। प्रभु की अनुग्रह कृपा द्वारा अपने ताकत नाल, अपने बल नाल, अपनी बुद्धि नाल परमेश्वर की इच्छा ਨੂੰ नहीं पूरा कर सकते, सिर्फ परमेश्वर की कृपा द्वारा। प्रभु क्योंकि ਜਿਹੜਾ जीवन है प्रभु यीशु मसीह ਦੇ ਵਿੱਚ ਇਹ अनुग्रह नाल ही शुरू होया और अनुग्रह नाल ही पूरा होएगा। अपने आप तो कोई भी कुछ नहीं कर सकता। फिर ਆਪਾਂ प्रभु की कृपा नाल रोमियो की अंजील 8 ਦਾ 28 पढ़ांगे। प्लीज़ कड्डो मेरे नाल भी। हालेलुया। प्रभु बोलते हैं, कहते हम जानते हैं कि जो लोग परमेश्वर से प्रेम रखते हैं, क्या होता प्रेम का मतलब की है? ये प्यार नहीं हैगा कुड़ी मुंडे वाला, नो 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 नो। प्यार नूं तां असीं, प्यार की जिहड़ी परिभाषा ना उसनूं तां असीं गलत यूज़ करते हैं, गलत। प्रेम का मतलब हैगा परमेश्वर की मर्जी नूं पूरा करना। प्रभु कहते जिहड़ी मेरी इच्छा नूं पूरा करदा है वो मेरे नाल प्यार करदा है। इनू प्रभु प्यार करने। तो प्रभु कह रहे हैं हम जानते हैं कि जो लोग परमेश्वर से प्रेम रखते हैं, यानी कि परमेश्वर की इच्छा को पूरा करते हैं, उनके लिए सब बातें मिलकर भलाई ही को उत्पन्न करती है, अर्थात उन्हीं के लिए जो उसकी इच्छा के अनुसार बुलाए हुए हैं। क्या बात है। प्रभु कहते जिहड़ी मेरी इच्छा नूं पूरा करते हैं, मैं उन्हां दे जीवन दे विच वो काम करदा है जिहड़े भले हैं। वो भले काम उन्हां दे जीवन दे विच फिर शुरू हो जाते हैं। किन्हां दे जीवन च? जिहड़े परमात्मा की इच्छा नूं पूरा करदे। हुण ये शिक्षा जो प्रभु ने आपां नूं दित्ती है, प्रभु अपने नाल गल कर रहे हैं, लोग जख्मी क्यों हुंदे हैं। हुण ये शिक्षा तो सानू की आशीष मिल रही है, असी की सानू की मिल रहा। आपां परमात्मा अपने नाल गल कर रहे हैं, तो इहदे विच सानू की मिल रहा? सानू आशीष ये मिल रही है कि असी परमेश्वर की मर्जी नूं अपने जीवन विच पूरा करना है। अपनी मर्जी नूं नहीं, अपनी मर्जी का त्याग करना है। क्योंकि साडी मर्जी तो सानू पता है कि साडी मर्जी की है, असी की करते हैं, लेकिन सानू परमात्मा की मर्जी नूं अपने जीवन दे विच पूरा करना है। और मर्जी नूं पूरा करन दे नाल, हुक्म मनन नाल, परमेश्वर की मर्जी नूं पूरा करन नाल, परमेश्वर के हुक्म नूं मनन नाल असी जख्मी नहीं होवांगे। असी किसी भी चीज़ नाल ठोकर नहीं खावांगे। किहदे नाल? मर्जी पूरा करना, हुक्म मनन नाल। और असी किसी भी तरह की कठिनाइयां विचों भी ठोकर नहीं खावांगे। किसी भी तरह की कठिनाइयां विचों असी ठोकर नहीं खावांगे। सो प्रभु का कलाम ने सानू सिखाया कि प्लीज़, मैं सब दे अगे हथ जोड़ के बेनती प्रार्थना करदा कि सब भैन भाई जिन्हें भी सुन रहे हैं, असी अपनी मर्जी नूं, प्लीज़ अपनी मर्जी नूं छड्ड के परमेश्वर की मर्जी नूं पूरा करिए, परमेश्वर के हुक्म नूं मन्नीए। और क्योंकि समय घटाया गया, परमेश्वर का आना बस सकिंटां का ही है, घंटियां का नहीं, सकिंटां का, मिनटां का भी नहीं, सकिंटां का ही है। जे असी परमेश्वर की गति नाल देखिए तो परमेश्वर का आना सकिंटां का ही है। तो सानू हर सकिंट परमेश्वर के डर भय दे विच रहना है, परमेश्वर की मर्जी नूं पूरा करना है। ताकि क्यों करना है? क्योंकि असी जख्मी ना होइए, असी ठोकर ना खाइए।
क्योंकि जख्मी बंदा अगे नहीं वध सकता। जख्मी बंदा, ठोकर खाया बंदा परमेश्वर की जीवन दे विच नहीं चल सकता, परमेश्वर के राज दे विच नहीं पहुँच सकता। सो ये वचन द्वारा प्रभु सारे भैन भाई नूं, सारे सुनने वाले ਸਰੋਤਿਆਂ ਨੂੰ, अगे जो होर सुनणगे उन्हां नूं, और मैनू भी प्रभु यीशु मसीह नाल सानूं सबनां नूं आशीष मिले। सारे भैन भाई नूं जय मसीह दी। थैंक यू।